ਸਤਿ ਸ਼੍ਰੀ ਅਕਾਲ ਜੀ। ਮੈਂ ਜਦੋਂ ਵੀ ਨਹਾਉਣ ਜਾਂਦੀ ਮੈਨੂੰ ਕੋਈ ਲੁਕ ਕੇ ਵੇਖਦਾ ਸੀ। ਘਰ ਵਿੱਚ ਮੇਰਾ ਮੁੰਡਾ ਤੇ ਮੈਂ ਇਕੱਲੇ ਰਹਿੰਦੇ ਸੀ, ਪਰ ਮੈਂ ਆਪਣੇ ਮੁੰਡੇ 'ਤੇ ਸ਼ੱਕ ਨਹੀਂ ਕਰ ਸਕਦੀ ਸੀ। ਇੱਕ ਦਿਨ ਅਚਾਨਕ ਮੈਂ ਆਪਣੇ ਮੁੰਡੇ ਦੇ ਕਮਰੇ ਵਿੱਚ ਗਈ। ਉਸ ਦਾ ਫੋਨ ਦੇਖ ਕੇ ਮੇਰੀ ਚੀਕ ਨਿਕਲ ਗਈ, ਕਿਉਂਕਿ ਉਸਨੇ ਤਾਂ ਅੱਜ ਫਿਰ ਤੋਂ ਮੈਂ ਇਸੇ ਉਲਝਣ ਦਾ ਸ਼ਿਕਾਰ ਸੀ। ਜਿਵੇਂ ਹੀ ਮੈਂ ਨਹਾਉਣ ਲਈ ਬਾਥਰੂਮ ਵਿੱਚ ਜਾਂਦੀ ਸੀ, ਮੈਨੂੰ ਲੱਗਦਾ ਸੀ ਕੋਈ ਅਜੀਬ ਜਿਹੀਆਂ ਨਜ਼ਰਾਂ ਹਨ ਜੋ ਮੈਨੂੰ ਦੇਖ ਰਹੀਆਂ ਹਨ। ਮੈਂ ਚਾਰੇ ਪਾਸੇ ਨਜ਼ਰਾਂ ਘੁਮਾ ਕੇ ਵੇਖਦੀ, ਪਰ ਮੈਨੂੰ ਉੱਥੇ ਕੋਈ ਵੀ ਨਜ਼ਰ ਨਾ ਆਉਂਦਾ। ਮੇਰੇ ਬਾਥਰੂਮ ਵਿੱਚ ਸਿਰਫ ਇੱਕ ਹੀ ਰੌਸ਼ਨਦਾਨ ਸੀ, ਜਿਸ ਨੂੰ ਮੈਂ ਚੰਗੀ ਤਰ੍ਹਾਂ ਬੰਦ ਕਰ ਦਿੰਦੀ ਸੀ, ਪਰ ਫਿਰ ਵੀ ਅਜਿਹਾ ਲੱਗਦਾ ਸੀ ਜਿਵੇਂ ਚਾਰੇ ਪਾਸੇ ਦੀਵਾਰਾਂ 'ਤੇ ਅੱਖਾਂ ਅੱਡੀਆਂ ਹੋਈਆਂ ਹਨ ਜੋ ਮੈਨੂੰ ਦੇਖ ਰਹੀਆਂ ਹਨ। ਮੈਂ ਕੋਈ ਵਹਿਮੀ ਕਿਸਮ ਦੀ ਔਰਤ ਨਹੀਂ ਸੀ, ਪਰ ਮੈਂ ਪੂਰਾ ਬਾਥਰੂਮ ਦੇਖ ਚੁੱਕੀ ਸੀ ਅਤੇ ਕਿਤੇ ਵੀ ਕੁਝ ਵੀ ਨਜ਼ਰ ਨਹੀਂ ਆਇਆ ਸੀ। ਮੈਂ ਜਿਵੇਂ ਹੀ ਨਹਾਉਣ ਜਾਂਦੀ ਜਲਦੀ ਹੀ ਬਾਹਰ ਨਿਕਲ ਆਉਂਦੀ। ਕਦੇ-ਕਦੇ ਤਾਂ ਮੈਨੂੰ ਲੱਗਦਾ ਸੀ ਕਿ ਸ਼ਾਇਦ ਮੈਂ ਕਿਸੇ ਦਿਮਾਗੀ ਬਿਮਾਰੀ ਨਾਲ ਗ੍ਰਸਤ ਹੋ ਚੁੱਕੀ ਹਾਂ। ਅੱਜ ਵੀ ਮੈਂ ਬਹੁਤ ਜਲਦੀ ਨਾਲ ਨਹਾ ਲਿਆ ਤੇ ਫਟਾਫਟ ਨਾਲ ਕੱਪੜੇ ਬਦਲ ਕੇ ਬਾਥਰੂਮ 'ਚੋਂ ਬਾਹਰ ਆ ਗਈ। ਪਿਛਲੇ ਕੁਝ ਮਹੀਨਿਆਂ ਤੋਂ ਮੇਰੇ ਨਾਲ ਇਹੀ ਹੋ ਰਿਹਾ ਸੀ। ਮੈਨੂੰ ਹਰ ਸਮੇਂ ਅਜਿਹਾ ਮਹਿਸੂਸ ਹੁੰਦਾ ਕਿ ਮੈਂ ਕਿਸੇ ਦੀਆਂ ਨਜ਼ਰਾਂ ਵਿੱਚ ਹਾਂ ਜਾਂ ਮੈਨੂੰ ਕੋਈ ਦੇਖ ਰਿਹਾ ਹੈ। ਇਸ ਗੱਲ ਦੀ ਵਜ੍ਹਾ ਨਾਲ ਮੈਂ ਇਸ ਕਦਰ ਪਰੇਸ਼ਾਨ ਸੀ ਕਿ ਸ਼ਾਇਦ ਲਫ਼ਜ਼ਾਂ ਵਿੱਚ ਆਪਣੀ ਪਰੇਸ਼ਾਨੀ ਨੂੰ ਦੱਸ ਨਹੀਂ ਸਕਦੀ ਸੀ। ਨਾ ਤਾਂ ਮੈਂ ਕਦੇ ਜਵਾਨ ਸੋਹਣੀ ਹਸੀਨ ਕੁੜੀ ਸੀ ਕਿ ਮੈਂ ਕਿਸੇ 'ਤੇ ਸ਼ੱਕ ਕਰਦੀ, ਬਲਕਿ ਉਮਰ ਦੇ ਜਿਸ ਹਿੱਸੇ ਵਿੱਚ ਮੈਂ ਸੀ, ਉੱਥੇ ਤਾਂ ਕੋਈ ਵੀ ਅਜਿਹੀ ਹਰਕਤ ਮੇਰੇ ਵਰਗੀ ਔਰਤ ਨਾਲ ਕਰਨ ਦਾ ਸੋਚ ਵੀ ਨਹੀਂ ਸਕਦਾ ਸੀ। ਤੇ ਮੇਰੇ ਘਰ ਵਿੱਚ ਸਿਰਫ ਦੋ ਹੀ ਸ਼ਖਸ ਸੀ। ਹਰਸ਼ ਮੇਰਾ ਸੌਤੇਲਾ ਬੇਟਾ ਸੀ। ਬਹੁਤ ਘੱਟ ਉਮਰ ਵਿੱਚ ਹੀ ਮੇਰੇ ਮਾਂ-ਬਾਪ ਨੇ ਮੇਰਾ ਵਿਆਹ ਰਵਿੰਦਰ ਨਾਲ ਕਰ ਦਿੱਤਾ। ਮੈਂ ਉਸ ਨੂੰ ਬਹੁਤ ਪਿਆਰ ਕਰਦੀ ਸੀ, ਪਰ 6 ਮਹੀਨਿਆਂ ਬਾਅਦ ਹੀ ਉਹ ਕਿਸੇ ਹੋਰ ਕੁੜੀ ਨੂੰ ਪਿਆਰ ਕਰਨ ਲੱਗਿਆ ਤੇ ਮੈਨੂੰ ਤਲਾਕ ਦੇ ਦਿੱਤਾ। ਮੈਂ ਆਪਣੇ ਪੇਕੇ ਘਰ ਆ ਗਈ। ਫਿਰ ਮੇਰੇ ਮਾਂ-ਬਾਪ ਨੇ ਮੇਰਾ ਵਿਆਹ ਹਰਸ਼ ਦੇ ਪਾਪਾ ਨਾਲ ਕਰ ਦਿੱਤਾ, ਕਿਉਂਕਿ ਮੈਂ ਇੱਕ ਗਰੀਬ ਕੁੜੀ ਸੀ। ਹਰਸ਼ ਦੀ ਮਾਂ ਦੀ ਮੌਤ ਹੋ ਚੁੱਕੀ ਸੀ ਤੇ ਹੁਣ ਮੈਂ ਹਰਸ਼ ਦੀ ਸੌਤੇਲੀ ਮਾਂ ਸੀ। ਹਰਸ਼ ਦੇ ਪਾਪਾ ਮੇਰੇ ਤੋਂ 20 ਜਾਂ 22 ਸਾਲ ਵੱਡੇ ਸੀ। ਮੇਰੇ ਵਿਆਹ ਨੂੰ 8 ਸਾਲ ਹੀ ਗੁਜ਼ਰੇ ਸੀ ਕਿ ਪਤੀ ਵੀ ਚੱਲ ਵਸੇ। ਮੈਂ 25 ਸਾਲਾਂ ਦੀ ਸੀ ਜਦੋਂ ਮੇਰਾ ਵਿਆਹ ਹੋਇਆ ਸੀ ਤੇ 33 ਸਾਲ ਦੀ ਉਮਰ ਵਿੱਚ ਮੈਂ ਵਿਧਵਾ ਹੋ ਗਈ ਸੀ। ਇੱਕ ਮੈਂ ਤੇ ਇੱਕ ਮੇਰਾ ਮੁੰਡਾ। ਮੇਰੇ ਪਤੀ ਦੀ ਮੌਤ ਨੂੰ 12 ਸਾਲ ਹੋ ਚੁੱਕੇ ਸੀ। ਮੇਰੇ ਪਤੀ ਦੀ ਕਿਰਾਏ ਦੀ ਦੁਕਾਨ ਸੀ ਤੇ ਇਸ ਕਿਰਾਏ ਦੀ ਦੁਕਾਨ ਨਾਲ ਸਾਡਾ ਗੁਜ਼ਾਰਾ ਹੋ ਜਾਂਦਾ ਸੀ। ਹੁਣ ਤਾਂ ਮੇਰਾ ਮੁੰਡਾ ਨੌਕਰੀ ਵੀ ਕਰਨ ਲੱਗਿਆ ਸੀ। ਉਹ ਸਵੇਰੇ ਦਫ਼ਤਰ ਜਾਂਦਾ ਤੇ ਸ਼ਾਮ ਨੂੰ ਹੀ ਵਾਪਸ ਆਉਂਦਾ। ਪੂਰਾ ਦਿਨ ਘਰ ਵਿੱਚ ਮੇਰੇ ਇਲਾਵਾ ਕੋਈ ਨਹੀਂ ਹੁੰਦਾ ਸੀ। ਨੌਕਰਾਣੀ ਵੀ ਆਉਂਦੀ ਤੇ ਕੰਮ ਕਰਕੇ ਚਲੀ ਜਾਂਦੀ। ਫਿਰ ਇਹ ਕਿਹੜੀਆਂ ਨਜ਼ਰਾਂ ਸੀ ਜੋ ਮੇਰਾ ਦੀਦਾਰ ਕਰਦੀਆਂ ਸੀ। ਮੈਨੂੰ ਲੱਗਦਾ ਸੀ ਕਿ ਮੈਂ ਕਿਸੇ ਦੇ ਜਾਲ ਵਿੱਚ ਫਸ ਚੁੱਕੀ ਹਾਂ। ਕੋਈ ਹਰ ਪਲ ਮੈਨੂੰ ਦੇਖਦਾ ਹੈ। ਜਦੋਂ ਇਹ ਨਜ਼ਰਾਂ ਬਾਥਰੂਮ ਵਿੱਚ ਮੇਰੇ 'ਤੇ ਉੱਠਦੀਆਂ ਹਨ ਤਾਂ ਮੈਨੂੰ ਇੱਕ ਅਜੀਬ ਜਿਹੀ ਉਲਝਣ ਹੁੰਦੀ ਆ। ਮੈਂ ਆਪਣੀ ਤਕਲੀਫ ਨੂੰ ਬਿਆਨ ਨਹੀਂ ਕਰ ਪਾ ਰਹੀ ਸੀ। ਮੈਂ ਕਿਸ ਤਕਲੀਫ 'ਚੋਂ ਗੁਜ਼ਰ ਰਹੀ ਹਾਂ, ਕਿਉਂਕਿ ਮੇਰੇ ਸਾਹਮਣੇ ਕੋਈ ਨਹੀਂ ਸੀ ਤੇ ਇਹ ਇੱਕ ਅਜਿਹੀ ਗੱਲ ਸੀ ਮੈਂ ਆਪਣੇ ਮੁੰਡੇ ਨੂੰ ਵੀ ਇਸ ਦਾ ਜ਼ਿਕਰ ਨਹੀਂ ਕਰ ਸਕਦੀ ਸੀ। ਉਹ ਮੇਰੇ ਬਾਰੇ ਵਿੱਚ ਕੀ ਸੋਚਦਾ, ਮੇਰੀ ਗੱਲ ਨੂੰ ਕਿਵੇਂ ਲੈਂਦਾ। ਸ਼ਾਮ ਨੂੰ ਜਦੋਂ ਮੇਰਾ ਮੁੰਡਾ ਹਰਸ਼ ਦਫ਼ਤਰ ਤੋਂ ਵਾਪਸ ਆਇਆ ਤਾਂ ਮੈਂ ਖਾਣਾ ਗਰਮ ਕਰਕੇ ਸਾਹਮਣੇ ਰੱਖ ਦਿੱਤਾ। ਮੈਂ ਕਿਸੇ ਗਹਿਰੀ ਸੋਚ ਵਿੱਚ ਸੀ। ਜਦੋਂ ਮੇਰੇ ਮੁੰਡੇ ਨੇ ਕਿਹਾ ਕਿ ਤੁਸੀਂ ਕਿਹੜੀਆਂ ਸੋਚਾਂ ਵਿੱਚ ਗੁੰਮ ਹੋ, ਉਸ ਦੀ ਆਵਾਜ਼ 'ਤੇ ਮੈਂ ਚੌਂਕ ਗਈ ਸੀ। ਮੈਂ ਨਾ ਵਿੱਚ ਸਿਰ ਹਿਲਾ ਦਿੱਤਾ। ਮੈਂ ਇਸ ਨੂੰ ਕੀ ਦੱਸਦੀ। ਇਸ ਗੱਲ ਦਾ ਮੈਨੂੰ ਖੁਦ ਵੀ ਠੀਕ ਤਰ੍ਹਾਂ ਪਤਾ ਨਹੀਂ ਸੀ। ਫਿਲਹਾਲ ਮੇਰੇ ਮੁੰਡੇ ਦਾ ਵਰਤਾਅ ਮੇਰੇ 'ਤੇ ਉਖੜਿਆ ਰਹਿੰਦਾ ਸੀ। ਮੈਂ ਉਸ ਨਾਲ ਗੱਲ ਕਰਦੇ ਹਮੇਸ਼ਾ ਹੀ ਹਿਚਕਚਾਉਂਦੀ ਸੀ। ਇੱਕ ਵਾਰ ਮੈਂ ਰਾਤ ਨੂੰ ਹਰਸ਼ ਨੂੰ ਦੁੱਧ ਦਾ ਗਲਾਸ ਉਸ ਦੇ ਕਮਰੇ ਵਿੱਚ ਦੇਣ ਗਈ ਤਾਂ ਉਹ ਆਪਣੇ ਲੈਪਟਾਪ ਵਿੱਚ ਇਸ ਕਦਰ ਵਿਅਸਤ ਸੀ ਕਿ ਮੇਰੇ ਆਉਣ ਦਾ ਉਸ ਨੂੰ ਪਤਾ ਹੀ ਨਾ ਚੱਲਿਆ। ਮੈਂ ਉਸ ਕੋਲ ਗਈ ਤੇ ਸਾਈਡ ਟੇਬਲ 'ਤੇ ਦੁੱਧ ਦਾ ਗਲਾਸ ਰੱਖ ਦਿੱਤਾ। ਇਸ ਤੋਂ ਪਹਿਲਾਂ ਕਿ ਮੈਂ ਵਾਪਸ ਆਉਂਦੀ, ਉਸ ਦੀ ਲੈਪਟਾਪ 'ਤੇ ਜੋ ਮੰਜ਼ਰ ਦਿਖਿਆ, ਮੇਰੀ ਤਾਂ ਰੰਗ ਉੱਡ ਗਿਆ। ਮੈਨੂੰ ਵੇਖ ਕੇ ਹਰਸ਼ ਲੈਪਟਾਪ ਬੰਦ ਕਰਨ ਲੱਗਿਆ। ਮੈਨੂੰ ਦੇਖ ਕੇ ਕਹਿਣ ਲੱਗਿਆ, ਇਹ ਕੀ ਤਰੀਕਾ ਕਿਸੇ ਦੇ ਕਮਰੇ 'ਚ ਆਉਣ ਦਾ, ਤੁਸੀਂ ਦਰਵਾਜ਼ਾ ਕਿਉਂ ਨਹੀਂ ਖੜਕਾਇਆ। ਮੈਂ ਇੱਕਦਮ ਘਬਰਾ ਗਈ। ਅੱਜ ਹੀ ਗਈ ਸੀ। ਮੈਂ ਮੰਨਿਆ ਇਹ ਗਲਤੀ ਮੇਰੀ ਸੀ। ਮੈਨੂੰ ਦਰਵਾਜ਼ਾ ਖੜਕਾ ਕੇ ਆਉਣਾ ਚਾਹੀਦਾ ਸੀ, ਪਰ ਉਹ ਮੇਰਾ ਮੁੰਡਾ ਸੀ, ਇਸ ਲਈ ਮੈਂ ਇੱਦਾਂ ਹੀ ਚਲੀ ਗਈ। ਪਰ ਇਹ ਨਹੀਂ ਜਾਣਦੀ ਸੀ ਕਿ ਹਰਸ਼ ਦੇ ਕਮਰੇ ਵਿੱਚ ਇਹ ਸਭ ਚੱਲ ਰਿਹਾ ਹੋਵੇਗਾ। ਫਿਲਹਾਲ ਮੈਂ ਕਮਰੇ ਤੋਂ ਬਾਹਰ ਨਿਕਲ ਕੇ ਆਪਣੇ ਕਮਰੇ 'ਚ ਆ ਗਈ। ਆਪਣੇ ਬੈੱਡ 'ਤੇ ਬੈਠ ਕੇ ਆਪਣੇ ਦੋਵਾਂ ਹੱਥਾਂ ਨਾਲ ਆਪਣਾ ਸਿਰ ਫੜ ਲਿਆ। ਮੇਰੇ ਦਿਮਾਗ 'ਚ ਜੋ ਅਜੀਬ ਗੱਲਾਂ ਆ ਰਹੀਆਂ ਸੀ ਉਸਨੇ ਮੇਰੀ ਰੂਹ ਨੂੰ ਹਿਲਾ ਕੇ ਰੱਖ ਦਿੱਤਾ। ਮੈਨੂੰ ਅਜਿਹਾ ਨਹੀਂ ਸੋਚਣਾ ਚਾਹੀਦਾ। ਉਹ ਮੇਰਾ ਮੁੰਡਾ ਅਜਿਹਾ ਕਿਵੇਂ ਕਰ ਸਕਦਾ। ਮੇਰਾ ਦਿਮਾਗ ਕਿਵੇਂ ਸੋਚਣ 'ਤੇ ਮਜਬੂਰ ਹੋਇਆ ਸੀ। ਮੇਰੀਆਂ ਅੱਖਾਂ 'ਚੋਂ ਤਕਲੀਫ ਦੇ ਹੰਝੂ ਬਹਿਣ ਲੱਗੇ ਜੋ ਮੇਰੇ ਦਿਮਾਗ ਵਿੱਚ ਘੁੰਮ ਰਿਹਾ ਸੀ। ਇਸ ਨੂੰ ਸੋਚਣਾ ਵੀ ਮੈਨੂੰ ਪਾਪ ਲੱਗ ਰਿਹਾ ਸੀ। ਮੈਂ ਖੁਦ ਨੂੰ ਝਟਕਿਆ ਤੇ ਸਮਝਾਇਆ ਕਿ ਅਜਿਹਾ ਮੁਮਕਿਨ ਨਹੀਂ ਹੈ।
ਕੋਈ ਵੀ ਮੁੰਡਾ ਆਪਣੀ ਮਾਂ ਨਾਲ ਅਜਿਹਾ ਸਭ ਨਹੀਂ ਕਰ ਸਕਦਾ। ਮੁੰਡੇ ਇਸ ਉਮਰ ਵਿੱਚ ਅਜਿਹੀਆਂ ਗਲਤ ਚੀਜ਼ਾਂ ਦੇਖ ਲੈਂਦੇ ਹਨ, ਪਰ ਇਸ ਦਾ ਮਤਲਬ ਉਹ ਨਹੀਂ ਕਿ ਜੋ ਮੈਂ ਸੋਚ ਰਹੀ ਹਾਂ। ਬਹੁਤ ਮੁਸ਼ਕਲ ਨਾਲ ਮੈਂ ਖੁਦ ਨੂੰ ਨੋਰਮਲ ਕੀਤਾ। ਇੱਕ ਦਿਨ ਮੈਂ ਛੱਤ 'ਤੇ ਧੋਤੇ ਹੋਏ ਕੱਪੜੇ ਸੁਕਾ ਰਹੀ ਸੀ, ਜਦੋਂ ਸਾਹਮਣੇ ਘਰ ਦੀ ਛੱਤ 'ਤੇ ਮੈਨੂੰ ਲੱਗਿਆ ਕਿ ਕਿਸੇ ਕੈਮਰੇ ਦੀ ਫਲੈਸ਼ ਮੇਰੇ 'ਤੇ ਪਈ ਆ। ਮੈਂ ਹੈਰਾਨੀ ਨਾਲ ਪਲਟ ਕੇ ਦੇਖਿਆ, ਕਿਸੇ ਦੀ ਪਰਛਾਈ ਜਿਹੀ ਨਜ਼ਰ ਆਈ, ਜਿਵੇਂ ਉੱਥੇ ਕੋਈ ਖੜਾ ਮੈਨੂੰ ਘੂਰ ਰਿਹਾ ਹੋਵੇ। ਪਰ ਜਿਵੇਂ ਹੀ ਮੇਰੀ ਨਜ਼ਰ ਪਈ, ਅਜਿਹਾ ਲੱਗਿਆ ਕੋਈ ਇੱਕਦਮ ਉੱਥੋਂ ਪਿੱਛੇ ਹਟਿਆ। ਮੈਂ ਧਿਆਨ ਨਾਲ ਦੇਖਣ ਦੀ ਕੋਸ਼ਿਸ਼ ਕੀਤੀ, ਪਰ ਸਾਹਮਣੇ ਦੀ ਛੱਤ ਮੈਨੂੰ ਇਸ ਸਮੇਂ ਖਾਲੀ ਨਜ਼ਰ ਆ ਰਹੀ ਸੀ। ਪਰ ਮੈਨੂੰ ਪੂਰਾ ਯਕੀਨ ਸੀ ਕਿ ਕੁਝ ਦੇਰ ਪਹਿਲਾਂ ਕੋਈ ਉੱਥੇ ਖੜਾ ਮੈਨੂੰ ਦੇਖ ਰਿਹਾ ਸੀ। ਕਿਸੇ ਨੇ ਸ਼ਾਇਦ ਆਪਣੇ ਮੋਬਾਈਲ 'ਤੇ ਮੇਰੀ ਫੋਟੋ ਲਈ ਆ। ਮੇਰਾ ਦਿਲ ਪੂਰੀ ਤਰ੍ਹਾਂ ਨਾਲ ਧੜਕਣ ਲੱਗਿਆ। ਇਸ ਮੁਹੱਲੇ ਵਿੱਚ ਆਏ ਹੋਏ ਹਾਲੇ ਸਾਨੂੰ ਕੁਝ ਮਹੀਨੇ ਹੀ ਹੋਏ ਸੀ, ਤੇ ਜਦੋਂ ਤੋਂ ਮੈਂ ਇਸ ਘਰ ਵਿੱਚ ਆਈ ਸੀ, ਮੈਂ ਪਰੇਸ਼ਾਨ ਹੋ ਕੇ ਰਹਿ ਗਈ ਸੀ। ਮੈਨੂੰ ਹਰ ਸਮੇਂ ਮਹਿਸੂਸ ਹੁੰਦਾ ਸੀ ਕਿ ਮੈਂ ਕਿਸੇ ਦੀਆਂ ਨਜ਼ਰਾਂ ਵਿੱਚ ਹਾਂ ਤੇ ਕੋਈ ਮੇਰੇ 'ਤੇ ਧਿਆਨ ਰੱਖ ਰਿਹਾ। ਹਾਲੇ ਆਲੇ ਦੁਆਲੇ ਦੇ ਮੁਹੱਲੇ ਵਿੱਚ ਮੈਂ ਹੁਣ ਤੱਕ ਕਿਸੇ ਨੂੰ ਵੀ ਨਹੀਂ ਮਿਲ ਪਾਈ ਸੀ। ਕੁਝ ਮੇਰਾ ਸੁਭਾਅ ਅਲੱਗ ਰਹਿਣ ਦਾ ਵੀ ਸੀ, ਤੇ ਮੇਰਾ ਮੁੰਡਾ ਵੀ ਸ਼ੱਕੀ ਮਿਜ਼ਾਜ ਦਾ ਸੀ। ਮੁਹੱਲੇ ਵਿੱਚ ਆਉਂਦੇ ਹੀ ਉਸਨੇ ਮੈਨੂੰ ਕਿਹਾ ਸੀ ਕਿ ਤੁਹਾਨੂੰ ਮੁਹੱਲੇ ਵਿੱਚ ਜ਼ਿਆਦਾ ਮੇਲ ਜੋਲ ਵਧਾਉਣ ਦੀ ਜ਼ਰੂਰਤ ਨਹੀਂ, ਬਸ ਆਪਣੇ ਘਰ ਵਿੱਚ ਹੀ ਰਿਹਾ ਕਰੋ। ਮੈਂ ਦੇਖਣ ਵਿੱਚ ਹੁਣ ਵੀ ਜਵਾਨ ਲੱਗਦੀ ਸੀ। ਅਕਸਰ ਹੀ ਮਾਂ ਬੇਟਾ ਕਿਤੇ ਜਾਂਦੇ ਤਾਂ ਲੋਕ ਮੇਰੇ ਮੁੰਡੇ ਨੂੰ ਇਹੀ ਕਹਿੰਦੇ ਕਿ ਸ਼ਾਇਦ ਮੈਂ ਇਸ ਦੀ ਵੱਡੀ ਭੈਣ ਹਾਂ, ਤੇ ਇਹ ਵਜ੍ਹਾ ਸੀ ਕਿ ਹਰਸ਼ ਨੂੰ ਮੇਰੇ ਤੋਂ ਇੱਕ ਤਰ੍ਹਾਂ ਦੀ ਚਿੜ ਹੋ ਚੁੱਕੀ ਸੀ। ਉਹ ਮੈਨੂੰ ਘਰ ਤੋਂ ਬਾਹਰ ਨਹੀਂ ਨਿਕਲਣ ਦਿੰਦਾ ਸੀ, ਮੈਨੂੰ ਹਲਕੇ ਕਲਰ ਦੇ ਕੱਪੜੇ ਬਣਵਾ ਕੇ ਦਿੰਦਾ ਸੀ ਤੇ ਕਹਿੰਦਾ ਸੀ ਕਿ ਤੁਸੀਂ ਮੇਰੇ ਬਾਪ ਦੀ ਵਿਧਵਾ ਹੋ। ਮੈਨੂੰ ਇਸ ਰੂਪ ਵਿੱਚ ਹੀ ਚੰਗੇ ਲੱਗਦੇ ਹੋ। ਮੈਂ ਬਿਲਕੁਲ ਸਾਦਗੀ ਹੀ ਅਪਣਾ ਲਈ ਸੀ। ਹਰ ਸਮੇਂ ਜਦੋਂ ਵੀ ਹਰਸ਼ ਘਰ ਆਉਂਦਾ ਤਾਂ ਘਰ ਨੂੰ ਅਜੀਬ ਨਜ਼ਰਾਂ ਨਾਲ ਦੇਖਦਾ, ਜਿਵੇਂ ਉਸਦੇ ਪਿੱਛੇ ਮੈਂ ਕਿਸੇ ਨੂੰ ਬੁਲਾਇਆ ਹੋਵੇ। ਚਾਰੇ ਪਾਸੇ ਨਜ਼ਰ ਦੌੜਾਉਂਦਾ, ਕਦੇ ਮੇਰੇ ਕਮਰੇ ਚਲਾ ਜਾਂਦਾ, ਪੂਰੇ ਘਰ ਨੂੰ ਇੱਦਾਂ ਦੇਖਦਾ ਜਿਵੇਂ ਕੁਝ ਲੱਭ ਰਿਹਾ ਹੋਵੇ। ਜਦੋਂ ਮੈਂ ਪੁੱਛਦੀ ਤਾਂ ਕਹਿੰਦਾ ਕੁਝ ਨਹੀਂ, ਆਪਣੇ ਕੰਮ ਨਾਲ ਕੰਮ ਰੱਖਿਆ ਕਰ। ਮੈਂ ਨਹੀਂ ਜਾਣਦੀ ਸੀ ਕਿ ਉਸਦੇ ਨਾਲ ਕੀ ਮਸਲਾ ਹੈ, ਪਰ ਇਸ ਸਮੇਂ ਉਹੀ ਮੇਰਾ ਸਹਾਰਾ ਸੀ। ਮੁੰਡਾ ਵੀ ਸੀ ਤੇ ਮੈਂ ਹਮੇਸ਼ਾ ਉਸਨੂੰ ਮੁੰਡਾ ਹੀ ਸਮਝਿਆ ਸੀ, ਇਸ ਲਈ ਚੁੱਪ ਕਰਕੇ ਸਭ ਕੁਝ ਬਰਦਾਸ਼ਤ ਕਰਨ ਤੇ ਮਜਬੂਰ ਸੀ, ਕਿਉਂਕਿ ਹਰਸ਼ ਤੋਂ ਇਲਾਵਾ ਮੇਰਾ ਹੋਰ ਕੋਈ ਦੂਜਾ ਸਹਾਰਾ ਨਹੀਂ ਸੀ। ਫਿਲਹਾਲ ਮੈਂ ਆਪਣੀ ਹੀ ਉਲਝਣ ਦਾ ਸ਼ਿਕਾਰ ਸੀ ਤੇ ਉੱਪਰ ਤੋਂ ਬੇਟਾ ਵੀ ਸ਼ੱਕੀ ਮਿਜ਼ਾਜ ਦਾ ਸੀ। ਮੈਂ ਇਹ ਮਾਮਲਾ ਹੱਲ ਵੀ ਨਹੀਂ ਕਰ ਪਾ ਰਹੀ ਸੀ। ਇਹ ਮੁਸੀਬਤ ਨਵੀਂ ਆ ਗਈ ਤੇ ਬਰਾਬਰ ਵਾਲੀ ਛੱਤ ਤੋਂ ਕੋਈ ਮੈਨੂੰ ਦੇਖਦਾ ਸੀ ਤੇ ਮੇਰੀ ਤਸਵੀਰ ਵੀ ਲਈ ਸੀ। ਕਿਤੇ ਇਹ ਸ਼ਖਸ ਮੈਨੂੰ ਮੇਰੇ ਬਾਥਰੂਮ ਵਿੱਚ ਮੇਰੇ ਦਿਮਾਗ ਵਿੱਚ ਆਉਣ ਲੱਗਿਆ ਕਿ ਇਹ ਨਵੀਂ ਸੋਚ ਨੇ ਮੈਨੂੰ ਫਿਰ ਤੋਂ ਪਰੇਸ਼ਾਨੀ ਵਿੱਚ ਪਾ ਦਿੱਤਾ। ਮੈਂ ਫਿਰ ਤੋਂ ਖੁਦ ਨੂੰ ਝੂਠੀ ਤਸੱਲੀ ਦਿੱਤੀ ਕਿ ਕਿਉਂਕਿ ਮੈਂ ਬਾਥਰੂਮ ਦਾ ਕੋਨਾ ਦੇਖ ਚੁੱਕੀ ਸੀ, ਕਿਤੇ ਨਾ ਤਾਂ ਕੋਈ ਕੈਮਰਾ ਲੱਗਿਆ ਹੋਇਆ ਸੀ ਤੇ ਨਾ ਹੀ ਕੋਈ ਅਜਿਹਾ ਸੁਰਾਖ ਸੀ ਕੋਈ ਝਾਕ ਸਕੇ। ਪਰ ਜਿਵੇਂ ਕਿਸੇ ਦਾ ਛੱਤ 'ਤੇ ਮੈਨੂੰ ਦੇਖਣਾ ਇੱਕ ਗਲਤ ਹਰਕਤ ਹੀ ਸੀ। ਇੱਕ ਵਾਰ ਮੇਰੇ ਘਰ ਦੇ ਦਰਵਾਜ਼ੇ 'ਤੇ ਦਸਤਕ ਹੋਈ। ਮੈਂ ਇਸ ਸਮੇਂ ਰਸੋਈ 'ਚ ਖਾਣਾ ਬਣਾਉਣ ਵਿੱਚ ਵਿਅਸਤ ਸੀ, ਕਿਉਂਕਿ ਹਰਸ਼ ਦੇ ਦਫ਼ਤਰ ਤੋਂ ਆਉਣ ਦਾ ਸਮਾਂ ਹੋ ਗਿਆ ਸੀ। ਮੈਨੂੰ ਲੱਗਿਆ ਸ਼ਾਇਦ ਉਹ ਆ ਗਿਆ ਹੈ, ਪਰ ਜਿਵੇਂ ਹੀ ਦਰਵਾਜ਼ਾ ਖੋਲ੍ਹਿਆ ਤਾਂ ਇੱਕ 28 ਸਾਲਾ ਨੌਜਵਾਨ ਮੇਰੇ ਸਾਹਮਣੇ ਖੜਾ ਸੀ, ਤਕਰੀਬਨ ਹਰਸ਼ ਦੀ ਉਮਰ ਦਾ ਹੀ ਸੀ। ਮੈਨੂੰ ਦੇਖ ਕੇ ਮੁਸਕਰਾਉਣ ਲੱਗਾ। ਇਸ ਦੇ ਹੱਥ ਵਿੱਚ ਹਲਵੇ ਦੀ ਪਲੇਟ ਸੀ। ਕਹਿਣ ਲੱਗਿਆ, ਮੈਂ ਤੁਹਾਡੇ ਗੁਆਂਢ ਤੋਂ ਆਇਆ ਹਾਂ, ਤੁਸੀਂ ਸ਼ਾਇਦ ਨਵੇਂ ਇਸ ਘਰ ਵਿੱਚ ਸ਼ਿਫਟ ਹੋਏ ਹੋ, ਇਸ ਲਈ ਮਾਂ ਨੇ ਕਿਹਾ ਹੈ ਕਿ ਗੁਆਂਢੀਆਂ ਨੂੰ ਹਲਵਾ ਦੇ ਆ। ਮੈਂ ਉਹਦੇ ਹੱਥੋਂ ਪਲੇਟ ਫੜੀ ਤੇ ਉਹ ਅੰਦਰ ਆਉਣ ਲਈ ਕਦਮ ਵਧਾਉਣ ਲੱਗਿਆ। ਮੈਂ ਉਸਦੇ ਸਾਹਮਣੇ ਖੜੀ ਹੋ ਗਈ। ਮੈਂ ਕਿਹਾ, ਬੇਟਾ ਤੂੰ ਇੱਥੇ ਖੜਾ ਰਹਿ, ਮੈਂ ਤੈਨੂੰ ਖਾਲੀ ਪਲੇਟ ਵਾਪਸ ਕਰਦੀ ਹਾਂ। ਇਹ ਸੁਣ ਕੇ ਉਹ ਹੈਰਾਨੀ ਨਾਲ ਮੇਰੇ ਵੱਲ ਵੇਖਣ ਲੱਗਿਆ ਤੇ ਕਹਿਣ ਲੱਗਿਆ, ਮੈਂ ਇੰਨਾ ਵੀ ਛੋਟਾ ਨਹੀਂ ਹਾਂ ਕਿ ਤੁਸੀਂ ਮੈਨੂੰ ਬੇਟਾ ਕਹਿ ਦਿਓ। ਤੁਸੀਂ ਮੇਰੇ ਤੋਂ ਬਸ ਕੁਝ ਹੀ ਸਾਲ ਤਾਂ ਵੱਡੇ ਹੋ, ਇਸ ਲਈ ਮੈਨੂੰ ਬੇਟਾ ਨਾ ਕਹੋ। ਉਸ ਦੀ ਗੱਲ ਸੁਣ ਕੇ ਮੈਂ ਉਸ ਨੂੰ ਹੈਰਾਨੀ ਨਾਲ ਵੇਖਿਆ। ਮੈਂ ਕਿਹਾ ਕਿ ਮੇਰਾ ਮੁੰਡਾ ਵੀ ਤੇਰੀ ਉਮਰ ਦਾ। ਇਹ ਗੱਲ ਸੁਣ ਕੇ ਉਸਨੇ ਅੱਖਾਂ ਫੈਲਾ ਕੇ ਮੈਨੂੰ ਦੇਖਿਆ ਤੇ ਕਹਿਣ ਲੱਗਿਆ, ਉਹ ਤੁਹਾਡਾ ਮੁੰਡਾ? ਮੈਂ ਤਾਂ ਸਮਝਿਆ ਕਿ ਤੁਹਾਡਾ ਛੋਟਾ ਭਰਾ ਆ। ਇਹ ਕਹਿ ਕੇ ਉਹ ਬਹੁਤ ਹੀ ਆਰਾਮ ਨਾਲ ਘਰ ਦੇ ਅੰਦਰ ਦਾਖਲ ਹੋ ਗਿਆ। ਮੈਂ ਤਾਂ ਉਸ ਨੂੰ ਦੇਖਦੀ ਰਹਿ ਗਈ। ਹਰਸ਼ ਦੇ ਆਉਣ ਦਾ ਸਮਾਂ ਵੀ ਹੋ ਰਿਹਾ ਸੀ, ਇਸ ਲਈ ਮੇਰਾ ਦਿਲ ਡਰ ਦੇ ਮਾਰੇ ਕੰਬਣ ਲੱਗਿਆ। ਉਹ ਬੜੇ ਖੁੱਲ੍ਹੇ ਮਿਜ਼ਾਜ ਦਾ ਮੁੰਡਾ ਸੀ। ਕਹਿਣ ਲੱਗਿਆ, ਤੁਹਾਡਾ ਨਾਮ ਕੀ ਆ? ਮੈਂ ਕਿਹਾ, ਕੀ ਮਤਲਬ? ਤੂੰ ਮੈਨੂੰ ਆਂਟੀ ਕਹਿ ਲੈ। ਇਸ ਗੱਲ 'ਤੇ ਉਸਨੇ ਆਪਣੀਆਂ ਦੋਹੇ ਬਾਹਾਂ ਉੱਪਰ ਕੀਤੀਆਂ ਤੇ ਕਹਿਣ ਲੱਗਿਆ ਕਿ ਨਹੀਂ ਜੀ, ਤੁਸੀਂ ਹੁਣ ਇੰਨੇ ਵੀ ਬੁੱਢੇ ਨਹੀਂ ਹੋ ਕਿ ਮੈਂ ਤੁਹਾਨੂੰ ਆਂਟੀ ਕਹਾਂ। ਚੰਗੇ ਖਾਸੇ ਖੂਬਸੂਰਤ ਜਵਾਨ ਹੋ, ਮੈਂ ਤਾਂ ਤੁਹਾਨੂੰ ਤੁਹਾਡੇ ਨਾਮ ਤੋਂ ਹੀ ਪੁਕਾਰਾਂਗਾ। ਯਕੀਨਨ ਉਹ ਵੀ ਤੁਹਾਡੀ ਤਰ੍ਹਾਂ ਹੀ ਬਹੁਤ ਖੂਬਸੂਰਤ ਹੋਵੇਗਾ। ਇਸ ਤੋਂ ਪਹਿਲਾਂ ਕਿ ਮੈਂ ਇਸ ਤਰ੍ਹਾਂ ਦੇ ਅੰਦਾਜ਼ 'ਤੇ ਗੁੱਸਾ ਕਰਦੀ ਕਹਿਣ ਲੱਗਿਆ, ਚਲੋ ਨਾ ਦੱਸੋ, ਇੱਕ ਕੱਪ ਚਾਹ ਹੀ ਪਿਲਾ ਦਿਓ।
ਗਵਾਂਢੀਆਂ ਦਾ ਵੀ ਕੁਝ ਹੱਕ ਹੁੰਦਾ। ਇਹ ਕਹਿ ਕੇ ਉਹ ਕੁਰਸੀ 'ਤੇ ਆਰਾਮ ਨਾਲ ਬੈਠ ਗਈ। ਮੈਂ ਰਸੋਈ ਵਿੱਚ ਆ ਗਈ। ਜਲਦੀ ਨਾਲ ਪਲੇਟ ਖਾਲੀ ਕੀਤੀ, ਗੈਸ 'ਤੇ ਚਾਹ ਵੀ ਰੱਖ ਦਿੱਤੀ। ਮੇਰਾ ਦਿਲ ਇਸ ਸਮੇਂ ਇਸ ਗੱਲ ਤੋਂ ਘਬਰਾ ਰਿਹਾ ਸੀ ਕਿ ਕਿਤੇ ਹਰਸ਼ ਨਾ ਆ ਜਾਵੇ। ਪਤਾ ਨਹੀਂ ਕਿਸ ਨਜ਼ਰ ਨਾਲ ਮੈਨੂੰ ਦੇਖੇਗਾ ਤੇ ਕੀ ਸੋਚੇਗਾ। ਉਹ ਖਾਲੀ ਘਰ ਨੂੰ ਵੀ ਦੇਖਦਾ ਹੈ ਜਿਵੇਂ ਕੋਈ ਘਰ ਵਿੱਚ ਲੁਕਿਆ ਬੈਠਾ ਹੋਵੇ। ਜਲਦੀ ਨਾਲ ਮੈਂ ਇੱਕ ਕੱਪ ਚਾਹ ਬਣਾਈ ਤੇ ਉਸ ਮੁੰਡੇ ਨੂੰ ਦਿੱਤੀ। ਮੈਂ ਕਿਹਾ ਕਿ ਤੁਹਾਡੀ ਮਾਂ ਨੂੰ ਧੰਨਵਾਦ ਕਹਿਣਾ ਤੇ ਚਾਹ ਪੀ ਕੇ ਬਾਹਰ ਜਾਂਦੇ ਹੋਏ ਦਰਵਾਜ਼ਾ ਬੰਦ ਕਰ ਦੇਣਾ। ਮੈਨੂੰ ਜ਼ਰਾ ਰਸੋਈ ਵਿੱਚ ਕੰਮ ਆ। ਇਹ ਕਹਿ ਕੇ ਮੈਂ ਰਸੋਈ ਵਿੱਚ ਰੋਟੀ ਬਣਾਉਣ ਚਲੀ ਗਈ ਕਿਉਂਕਿ ਹਰਸ਼ ਦੇ ਆਉਣ ਦਾ ਸਮਾਂ ਹੋ ਗਿਆ ਸੀ। ਮੈਂ ਇਸ ਮੁੰਡੇ ਨਾਲ ਜ਼ਿਆਦਾ ਗੱਲ ਨਹੀਂ ਕਰਨਾ ਚਾਹੁੰਦੀ ਸੀ। 10 ਮਿੰਟ ਬਾਅਦ ਹੀ ਖਾਲੀ ਕੱਪ ਉਸ ਮੁੰਡੇ ਨੇ ਰਸੋਈ ਦੇ ਦਰਵਾਜ਼ੇ ਦੇ ਅੰਦਰ ਮੈਨੂੰ ਫੜਾਉਂਦੇ ਹੋਏ ਕਹਿਣ ਲੱਗਿਆ, ਚਾਹ ਵੀ ਤੁਹਾਡੇ ਵਾਂਗ ਬਹੁਤ ਹੀ ਸਵਾਦ ਸੀ। ਬਹੁਤ ਧੰਨਵਾਦ। ਮੈਂ ਫਿਰ ਤੁਹਾਡੇ ਨਾਲ ਫਿਰ ਤੋਂ ਮਿਲੂੰਗਾ ਤੇ ਤੁਹਾਡੇ ਘਰ ਵਾਲਿਆਂ ਨੂੰ ਵੀ ਮਿਲੂੰਗਾ। ਇਹ ਕਹਿ ਕੇ ਉਹ ਘਰ ਦੇ ਦਰਵਾਜ਼ੇ ਤੋਂ ਬਾਹਰ ਚਲਾ ਗਿਆ ਤੇ ਦਰਵਾਜ਼ੇ 'ਤੇ ਜਾਂਦੇ ਹੋਏ ਦਰਵਾਜ਼ਾ ਬੰਦ ਕਰਕੇ ਗਿਆ। ਮੈਂ ਤਾਂ ਉਸ ਦੀ ਗੱਲ ਸੁਣ ਕੇ ਝਕਰਾ ਕੇ ਰਹਿ ਗਈ। ਹੁਣ ਮੈਂ ਉਸ ਮੁੰਡੇ ਦੀਆਂ ਗੱਲਾਂ ਬਾਰੇ ਹੀ ਸੋਚ ਰਹੀ ਸੀ ਕਿ ਦਰਵਾਜ਼ੇ 'ਤੇ ਜ਼ੋਰ ਨਾਲ ਦਸਤਕ ਹੋਈ। ਮੈਂ ਤਾਂ ਬੁਰੀ ਤਰ੍ਹਾਂ ਕੰਬ ਗਈ। ਜਲਦੀ ਨਾਲ ਰਸੋਈ ਤੋਂ ਬਾਹਰ ਆਈ ਤੇ ਮੈਂ ਦਰਵਾਜ਼ੇ ਦੇ ਕੋਲ ਪਹੁੰਚਣ ਲੱਗੀ। ਕੌਣ ਆ? ਹਰਸ਼ ਵੀ ਬਹੁਤ ਗੁੱਸੇ ਭਰੀ ਆਵਾਜ਼ ਮੈਨੂੰ ਸੁਣਾਈ ਦਿੱਤੀ। ਕਹਿਣ ਲੱਗਿਆ, ਦਰਵਾਜ਼ਾ ਖੋਲ੍ਹੋ। ਮੈਂ ਹਾਂ। ਦਰਵਾਜ਼ਾ ਖੋਲ੍ਹਿਆ ਤਾਂ ਬਹੁਤ ਗੁੱਸੇ ਨਾਲ ਘਰ ਦੇ ਅੰਦਰ ਆਇਆ। ਮੈਨੂੰ ਕਹਿਣ ਲੱਗਿਆ, ਘਰ ਤੋਂ ਬਾਹਰ ਕੌਣ ਨਿਕਲ ਰਿਹਾ ਸੀ? ਹਰਸ਼ ਦੀਆਂ ਅੱਖਾਂ ਇਸ ਸਮੇਂ ਪਤਾ ਨਹੀਂ ਕਿਸ ਵਜ੍ਹਾ ਨਾਲ ਲਾਲ ਸੀ। ਉਹ ਬਹੁਤ ਹੀ ਗੁੱਸੇ ਵਿੱਚ ਸੀ। ਮੇਰੀ ਜ਼ੁਬਾਨ ਨਾ ਚਾਹੁੰਦੇ ਹੋਏ ਵੀ ਲੜਖੜਾ ਰਹੀ ਸੀ। ਮੈਂ ਕਿਹਾ, ਕੋਈ ਗਵਾਂਢੀ ਮੁੰਡਾ ਸੀ, ਹਲਵਾ ਲੈ ਕੇ ਆਇਆ ਸੀ। ਉਹ ਮੇਰੇ ਕੋਲ ਆ ਕੇ ਖੜਾ ਹੋ ਗਿਆ। ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕਹਿਣ ਲੱਗਾ, ਕਿਸ ਤੋਂ ਪੁੱਛ ਕੇ ਦਰਵਾਜ਼ਾ ਖੋਲ੍ਹਿਆ ਸੀ ਤੁਸੀਂ? ਕੀ ਇੱਕ ਗੱਲ ਤੁਹਾਨੂੰ ਸਮਝ ਨਹੀਂ ਆਉਂਦੀ? ਇੱਥੇ ਕੋਈ ਵੀ ਆਵੇ ਅਸੀਂ ਦਰਵਾਜ਼ਾ ਨਹੀਂ ਖੋਲਾਂਗੇ, ਕਿਸੇ ਨਾਲ ਗੱਲ ਨਹੀਂ ਕਰਾਂਗੇ। ਕੋਈ ਜ਼ਰੂਰਤ ਨਹੀਂ ਆ ਗਵਾਂਢੀਆਂ ਨਾਲ ਮੇਲ ਜੋਲ ਵਧਾਉਣ ਦੀ। ਜੇ ਤੁਸੀਂ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਏ ਤਾਂ ਮੈਂ ਜਿੰਦਾ ਲਗਾ ਕੇ ਚਲਿਆ ਜਾਵਾਂਗਾ ਕੱਲ੍ਹ ਤੋਂ। ਇਹ ਕਹਿੰਦੇ ਹੀ ਉਹ ਗੁੱਸੇ ਵਿੱਚ ਸਿੱਧਾ ਆਪਣੇ ਕਮਰੇ ਚਲਾ ਗਿਆ। ਉਸਨੇ ਆਪਣੇ ਕਮਰੇ ਦਾ ਦਰਵਾਜ਼ਾ ਵੀ ਬਹੁਤ ਜ਼ੋਰ ਨਾਲ ਬੰਦ ਕੀਤਾ। ਮੈਨੂੰ ਲੱਗਦਾ ਸੀ ਜਿਵੇਂ ਮੈਂ ਹਰਸ਼ ਦੀ ਮਾਂ ਨਾ ਹੋਵਾਂ, ਉਸ ਦੀ ਖਰੀਦੀ ਹੋਈ ਕੋਈ ਗੁਲਾਮ ਹੋਵਾਂ। ਮੈਨੂੰ ਸਾਹ ਵੀ ਮੇਰੀ ਮਰਜ਼ੀ ਨਾਲ ਲੈਣ ਨਹੀਂ ਦਿੰਦਾ ਸੀ। ਫਿਲਹਾਲ ਮੈਂ ਖਾਣਾ ਗਰਮ ਕੀਤਾ ਤੇ ਹਰਸ਼ ਦਾ ਖਾਣਾ ਲਗਾ ਦਿੱਤਾ। ਖਾਣੇ ਦੇ ਦੌਰਾਨ ਹੀ ਉਹ ਮੈਨੂੰ ਵਾਰ-ਵਾਰ ਉਸ ਮੁੰਡੇ ਬਾਰੇ ਹੀ ਪੁੱਛ ਰਿਹਾ ਸੀ। ਵਾਰ-ਵਾਰ ਮੈਨੂੰ ਇਹ ਕਹਿ ਰਿਹਾ ਸੀ ਕਿ ਦੁਬਾਰਾ ਮੈਂ ਦਰਵਾਜ਼ੇ 'ਤੇ ਕਿਸੇ ਨੂੰ ਨਾ ਵੇਖ ਲਵਾਂ। ਰਾਤ ਨੂੰ ਮੈਂ ਆਪਣੇ ਕਮਰੇ ਵਿੱਚ ਲੇਟੀ ਤਾਂ ਮੇਰੇ ਮੋਬਾਈਲ 'ਤੇ ਇੱਕ ਗਲਤ ਨੰਬਰ ਤੋਂ ਮੈਸੇਜ ਆਇਆ। ਉਸ ਵਿੱਚ ਲਿਖਿਆ ਕਿ ਤੁਸੀਂ ਬਹੁਤ ਹੀ ਸੋਹਣੇ ਤੇ ਪਿਆਰੇ ਹੋ। ਮੇਰਾ ਦਿਲ ਚਾਹੁੰਦਾ ਕਿ ਤੁਹਾਨੂੰ ਜੀ ਭਰ ਕੇ ਵੇਖਾਂ, ਤੁਹਾਡੇ ਨਾਲ ਗੱਲਾਂ ਕਰਾਂ ਤੇ ਤੁਸੀਂ ਇੰਨੇ ਹਲਕੇ ਰੰਗ ਦੇ ਕੱਪੜੇ ਨਾ ਪਹਿਨਿਆ ਕਰੋ। ਜੇ ਤੁਸੀਂ ਨੀਲੇ ਰੰਗ ਦੇ ਕੱਪੜੇ ਪਹਿਨੋ ਤਾਂ ਬਹੁਤ ਚੰਗਾ ਲੱਗੇਗਾ, ਜਿਵੇਂ ਕਿ ਤੁਸੀਂ ਉਸ ਦਿਨ ਛੱਤ 'ਤੇ ਪਹਿਨੇ ਸੀ। ਇਹ ਮੈਸੇਜ ਪੜ੍ਹ ਕੇ ਮੈਂ ਬਹੁਤ ਬੁਰੀ ਤਰ੍ਹਾਂ ਘਬਰਾ ਗਈ ਸੀ। ਇਸ ਦਾ ਮਤਲਬ ਮੇਰਾ ਸ਼ੱਕ ਗਲਤ ਨਹੀਂ ਸੀ, ਸੱਚੀ ਕੋਈ ਸੀ ਜੋ ਮੈਨੂੰ ਦੇਖਦਾ ਸੀ। ਦੇਖਣਾ ਤਾਂ ਚੱਲ ਸਮਝ ਵਿੱਚ ਆਉਂਦਾ ਹੈ ਕਿਉਂਕਿ ਬਹੁਤ ਸਾਰੇ ਘਰ ਸੀ। ਉਹਨਾਂ ਦੀ ਛੱਤ ਸਾਡੇ ਘਰ ਤੋਂ ਉੱਚੀ ਸੀ ਤੇ ਸਾਫ਼-ਸਾਫ਼ ਦਿਖਾਈ ਦਿੰਦਾ ਸੀ ਤੇ ਮੇਰੀ ਰਸੋਈ ਵਿਹੜੇ ਵਿੱਚ ਹੀ ਸੀ। ਇਸ ਲਈ ਮੇਰਾ ਜ਼ਿਆਦਾਤਰ ਸਮਾਂ ਵਿਹੜੇ ਵਿੱਚ ਹੀ ਗੁਜ਼ਰਦਾ ਸੀ। ਪਰ ਜੋ ਨਜ਼ਰਾਂ ਮੈਨੂੰ ਖੁਦ ਤੇ ਆਪਣੇ ਬਾਥਰੂਮ ਵਿੱਚੋਂ ਉੱਠਦੀ ਹੋਈ ਮਹਿਸੂਸ ਹੁੰਦੀ ਸੀ, ਉਹ ਮੈਨੂੰ ਜਿਉਂਦੇ ਜੀ ਮਾਰਦੀ ਸੀ। ਮੈਂ ਤੁਰੰਤ ਨਾਲ ਫੋਨ ਵਿੱਚੋਂ ਨੰਬਰ ਮੈਸੇਜ ਨੂੰ ਡਿਲੀਟ ਕੀਤਾ ਤੇ ਮੋਬਾਈਲ ਬੰਦ ਕਰ ਦਿੱਤਾ। ਮੈਂ ਇਸ ਸਮੇਂ ਪਸੀਨੇ ਨਾਲ ਭਿੱਜ ਚੁੱਕੀ ਸੀ। ਮੈਨੂੰ ਅਜੀਬੋ-ਗਰੀਬ ਜਿਹੀ ਘਬਰਾਹਟ ਹੋਣ ਲੱਗੀ। ਕੌਣ ਸੀ ਜੋ ਮੇਰੀ ਜ਼ਿੰਦਗੀ ਵਿੱਚ ਜ਼ਹਿਰ ਘੋਲਣ ਦੀ ਕੋਸ਼ਿਸ਼ ਕਰ ਰਿਹਾ ਸੀ? ਮੈਂ ਆਪਣੀ ਜ਼ਿੰਦਗੀ ਕਦੇ ਵੀ ਖੁਸ਼ੀ ਨਾਲ ਨਹੀਂ ਗੁਜ਼ਾਰੀ ਸੀ। ਹਰਸ਼ ਦੇ ਪਾਪਾ ਵੀ ਅਜਿਹੇ ਸੀ, ਸ਼ੱਕੀ ਮਿਜ਼ਾਜ, ਤੇ ਸ਼ਾਇਦ ਮੇਰੇ 'ਤੇ ਇਸ ਲਈ ਇੰਨਾ ਸ਼ੱਕ ਕਰਦੇ ਸੀ ਕਿ ਮੈਂ ਘੱਟ ਉਮਰ ਦੀ ਸੀ ਤੇ ਉਹ ਮੇਰੇ ਤੋਂ 20-22 ਸਾਲ ਵੱਡੇ ਸੀ। ਮੈਂ ਸੋਹਣੀ ਵੀ ਬਹੁਤ ਸੀ, ਇਸ ਲਈ ਹਰ ਸਮੇਂ ਉਹਨਾਂ ਦੇ ਸ਼ੱਕ ਦਾ ਨਿਸ਼ਾਨਾ ਬਣੀ ਰਹਿੰਦੀ ਸੀ। ਉਹਨਾਂ ਨੂੰ ਲੱਗਦਾ ਸੀ ਕਿ ਪਤਾ ਨਹੀਂ ਮੈਂ ਕਿਸੇ ਹੋਰ ਮੁੰਡੇ ਨਾਲ ਚੱਕਰ ਨਾ ਚਲਾ ਲਵਾਂ। ਮੈਂ ਵਾਰ-ਵਾਰ ਉਹਨਾਂ ਨੂੰ ਰੋ ਕੇ ਯਕੀਨ ਦਿਵਾਉਂਦੀ, ਪਰ ਉਹਨਾਂ ਨੂੰ ਯਕੀਨ ਨਹੀਂ ਆਉਂਦਾ ਸੀ। ਪਰ ਉਹ ਹਰ ਸਮੇਂ ਮੇਰੇ ਨਾਲ ਕਿਸੇ ਪਰਛਾਵੇਂ ਦੀ ਤਰ੍ਹਾਂ ਰਹਿੰਦੇ ਸੀ ਤੇ ਜਦੋਂ ਬਿਮਾਰ ਰਹਿਣ ਲੱਗੇ ਤਾਂ ਸਾਰੀ ਜਾਇਦਾਦ ਹਰਸ਼ ਦੇ ਨਾਮ ਕਰ ਦਿੱਤੀ।
ਤੇ ਉਸ ਦੇ ਕੰਨ ਵਿੱਚ ਬਸ ਇਹੀ ਭਰਦੇ ਰਹੇ ਕਿ ਇਸ ਦਾ ਹਰ ਸੂਰਤ ਵਿੱਚ ਧਿਆਨ ਰੱਖਣਾ, ਇਸ ਨੂੰ ਕਦੇ ਵੀ ਘਰ ਦੀ ਮਲਕੀਅਤ ਨਾ ਦੇਣਾ, ਇਸ ਨੂੰ ਰੁਪਈਏ ਦਾ ਮੁਹਤਾਜ ਰੱਖਣਾ। ਇਹ ਕਿਤੇ ਭੱਜਣੀ ਨਹੀਂ ਚਾਹੀਦੀ, ਸੋਹਣੀ ਹੈ, ਇਸ ਨਾਲ ਕੋਈ ਵੀ ਵਿਆਹ ਕਰਵਾ ਲਵੇਗਾ ਤੇ ਤੂੰ ਇਕੱਲਾ ਬੇਸਹਾਰਾ ਰਹਿ ਜਾਵੇਂਗਾ। ਮੈਂ ਚਾਹੁੰਦਾ ਹਾਂ ਕਿ ਇਹ ਆਪਣੀ ਸਾਰੀ ਜ਼ਿੰਦਗੀ ਮੇਰੇ ਨਾਮ ਦੇ ਨਾਲ ਹੀ ਗੁਜ਼ਾਰੇ, ਸਾਰੀ ਜ਼ਿੰਦਗੀ ਤੇਰੀ ਮਾਂ ਬਣ ਕੇ ਰਵੇ। ਇਹ ਉਹ ਆਖਰੀ ਲਫ਼ਜ਼ ਸੀ ਜੋ ਮੇਰੇ ਪਤੀ ਨੇ ਮੇਰੇ ਬਾਰੇ ਵਿੱਚ ਆਪਣੇ ਮੁੰਡੇ ਦੇ ਦਿਮਾਗ ਵਿੱਚ ਕਿਸੇ ਜ਼ਹਿਰ ਦੀ ਤਰ੍ਹਾਂ ਭਰ ਦਿੱਤੇ ਸੀ। ਉਹ ਜ਼ਹਿਰ ਹੁਣ ਹਰਸ਼ ਮੇਰੇ ਤੇ ਉਬਾਲਦਾ ਰਹਿੰਦਾ। ਉਸਨੇ ਕਦੇ ਵੀ ਮੇਰੀ ਇੱਜ਼ਤ ਮਾਂ ਦੀ ਹੈਸੀਅਤ ਨਾਲ ਨਹੀਂ ਕੀਤੀ ਸੀ, ਮੈਨੂੰ ਕਦੇ ਆਪਣੀ ਮਾਂ ਦੀ ਜਗ੍ਹਾ ਵੀ ਨਹੀਂ ਦਿੱਤੀ ਸੀ। ਮੈਂ ਬਸ ਇਸ ਦੇ ਬਾਪ ਦੀ ਦੂਜੀ ਪਤਨੀ ਸੀ। ਇੱਕ ਦਿਨ ਮੈਂ ਰਸੋਈ ਵਿੱਚ ਕੰਮ ਕਰ ਰਹੀ ਸੀ। ਅਚਾਨਕ ਮੇਰੇ ਦੁਪੱਟੇ ਨੂੰ ਅੱਗ ਲੱਗ ਗਈ। ਮੈਂ ਚਲਾਉਂਦੀ ਹੋਈ ਵਿਹੜੇ ਵਿੱਚ ਆ ਗਈ। ਜਿਵੇਂ ਹੀ ਮੇਰੀ ਚੀਕ ਤੇਜ਼ ਹੋਈ, ਬਰਾਬਰ ਵਾਲੀ ਛੱਤ ਤੋਂ ਉਹੀ ਨੌਜਵਾਨ ਖੜਾ ਸੀ ਮੈਨੂੰ ਚਲਾਉਂਦੇ ਦੇਖਿਆ ਤਾਂ ਤੁਰੰਤ ਨੀਚੇ ਉਤਰਿਆ ਤੇ ਆਪਣੇ ਘਰ ਦੀ ਦੀਵਾਰ ਲੰਘ ਕੇ ਮੇਰੇ ਘਰ ਆ ਗਿਆ। ਉਸਨੇ ਤੁਰੰਤ ਨਾਲ ਮੇਰਾ ਜਲਦਾ ਹੋਇਆ ਦੁਪੱਟਾ ਦੂਰ ਸਿੱਟਿਆ, ਨਹੀਂ ਤਾਂ ਮੈਂ ਬੁਰੀ ਤਰ੍ਹਾਂ ਨਾਲ ਜਲਦੀ। ਇਸ ਸਮੇਂ ਮੈਂ ਬਹੁਤ ਘਬਰਾਈ ਹੋਈ ਸੀ। ਇਸ ਨੌਜਵਾਨ ਨੇ ਤੁਰੰਤ ਸਾਹਮਣੇ ਰੱਸੀ ਤੇ ਪਈ ਚਾਦਰ ਉਤਾਰ ਕੇ ਮੇਰੇ ਤੇ ਲਪੇਟ ਦਿੱਤੀ ਤੇ ਮੈਨੂੰ ਪੁੱਛਣ ਲੱਗਿਆ ਕਿ ਮੈਨੂੰ ਕੋਈ ਨੁਕਸਾਨ ਤਾਂ ਨਹੀਂ ਪਹੁੰਚਿਆ। ਮੈਂ ਬਹੁਤ ਜ਼ਿਆਦਾ ਡਰੀ ਹੋਈ ਸੀ। ਅਚਾਨਕ ਉਸ ਸਮੇਂ ਮੇਰੇ ਘਰ ਦਾ ਦਰਵਾਜ਼ਾ ਖੁੱਲ੍ਹਿਆ ਤਾਂ ਸਾਹਮਣੇ ਹਰਸ਼ ਸੀ। ਇਸ ਸਮੇਂ ਉਸ ਮੁੰਡੇ ਨੂੰ ਮੇਰੇ ਕੋਲ ਖੜਾ ਦੇਖਿਆ, ਦੇਖ ਕੇ ਗੁੱਸੇ ਨਾਲ ਮੇਰੇ ਕੋਲ ਆਇਆ ਤੇ ਉਸ ਮੁੰਡੇ ਦਾ ਕਾਲਰ ਫੜ ਲਿਆ ਤੇ ਉਸ ਨੂੰ ਗੁੱਸੇ ਨਾਲ ਪੁੱਛਣ ਲੱਗਿਆ ਤੇ ਕਹਿਣ ਲੱਗਿਆ, ਤੇਰੀ ਹਿੰਮਤ ਕਿਵੇਂ ਹੋਈ ਮੇਰੇ ਘਰ 'ਚ ਆਉਣ ਦੀ? ਮੈਂ ਕਿਹਾ, ਹਰਸ਼ ਇਸ ਦਾ ਕਾਲਰ ਛੱਡ, ਇਸ ਮੁੰਡੇ ਨੇ ਤਾਂ ਮੇਰੀ ਜਾਨ ਬਚਾਈ ਆ। ਮੇਰੇ ਦੁਪੱਟੇ ਨੂੰ ਅੱਗ ਲੱਗ ਗਈ ਸੀ, ਹਾਲਾਂਕਿ ਵਿਹੜੇ ਵਿੱਚ ਮੇਰਾ ਡਿੱਗਿਆ ਹੋਇਆ ਦੁਪੱਟਾ ਜਲ ਰਿਹਾ ਹੈ। ਮੇਰੀ ਗੱਲ ਸੁਣ ਕੇ ਉਸਨੇ ਗੁੱਸੇ ਭਰੀਆਂ ਨਜ਼ਰਾਂ ਨਾਲ ਮੈਨੂੰ ਵੇਖਿਆ ਤੇ ਕਹਿਣ ਲੱਗਿਆ, ਤੂੰ ਚੁੱਪ ਰਹਿ ਸਮਝੀ, ਤੇਰੇ ਨਾਲ ਤਾਂ ਬਾਅਦ ਵਿੱਚ ਗੱਲ ਕਰੂੰਗਾ। ਇਸ ਤਰ੍ਹਾਂ ਦੇ ਹੱਥ ਕੰਡਿਆਂ ਨਾਲ ਕਿਸੇ ਹੋਰ ਨੂੰ ਬੇਵਕੂਫ ਬਣਾਉਣਾ। ਮੈਨੂੰ ਇਹ ਕਹਿ ਕੇ ਉਹ ਮੁੰਡੇ ਦਾ ਕਾਲਰ ਫੜੇ ਹੋਏ ਉਸ ਨੂੰ ਝੰਜੋੜਨ ਲੱਗਿਆ। ਕਹਿਣ ਲੱਗਿਆ, ਤੂੰ ਜਿਸ ਮਕਸਦ ਦੇ ਲਈ ਇੱਥੇ ਆਉਂਦਾ ਹੈ ਮੈਂ ਉਹ ਕਦੇ ਵੀ ਪੂਰਾ ਨਹੀਂ ਹੋਣ ਦੇਵਾਂਗਾ। ਮੈਂ ਕਿਹਾ, ਹਰਸ਼ ਤੂੰ ਗਲਤ ਸਮਝ ਰਿਹਾ, ਮੈਂ ਮਾਂ ਹਾਂ ਤੇਰੀ, ਕਿਉਂ ਮੈਨੂੰ ਇਹਨਾਂ ਗੱਲਾਂ ਨਾਲ ਜਲੀਲ ਕਰ ਰਿਹਾ ਆ? ਮੈਂ ਰੋਣ ਲੱਗ ਪਈ। ਉਸ ਮੁੰਡੇ ਨੇ ਇੱਕ ਝਟਕੇ ਨਾਲ ਆਪਣਾ ਕਾਲਰ ਹਰਸ਼ ਤੋਂ ਛੁਡਵਾਇਆ ਤੇ ਕਹਿਣ ਲੱਗਿਆ ਕਿ ਮੈਂ ਇਨਸਾਨੀਅਤ ਦੇ ਨਾਤੇ ਆਇਆ ਸੀ। ਉਹਨਾਂ ਦਾ ਦੁਪੱਟਾ ਜਲ ਰਿਹਾ ਸੀ, ਉਹਨਾਂ ਨੂੰ ਅੱਗ ਲੱਗ ਸਕਦੀ ਸੀ, ਮੇਰਾ ਹੋਰ ਕੀ ਮਕਸਦ ਹੋ ਸਕਦਾ ਆ? ਆਪਣੀ ਘਟੀਆ ਸੋਚ ਆਪਣੀ ਹੱਦ ਤੱਕ ਹੀ ਰੱਖ ਤਾਂ ਸਹੀ ਹੋਵੇਗਾ। ਹਰਸ਼ ਉਸ ਮੁੰਡੇ ਨੂੰ ਕਹਿਣ ਲੱਗਿਆ ਕਿ ਕਿਉਂ, ਇਹ ਤੇਰੀ ਮਾਂ ਲੱਗਦੀ ਆ? ਕਿਉਂ ਆਇਆ ਸੀ ਇੱਥੇ ਇਹਨਾਂ ਨੂੰ ਬਚਾਉਣ? ਦੁਪੱਟਾ ਜਲ ਰਿਹਾ ਸੀ ਤਾਂ ਜਲਣ ਦਿੰਦਾ, ਤੈਨੂੰ ਕੀ ਤਕਲੀਫ ਸੀ? ਇਹ ਸੁਣ ਕੇ ਮੈਂ ਹਰਸ਼ ਵੱਲ ਵੇਖ ਰਹੀ ਸੀ, ਮਤਲਬ ਕਿ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਸੀ ਕਿ ਮੈਂ ਜੀਵਾਂ ਜਾਂ ਮਰਾਂ। ਉਹ ਮੁੰਡਾ ਕਹਿਣ ਲੱਗਿਆ ਕਿ ਇਹ ਮੇਰੀ ਕੁਝ ਵੀ ਹੈ ਜਾਂ ਨਹੀਂ ਮੈਂ ਨਹੀਂ ਜਾਣਦਾ, ਪਰ ਜੇ ਉਹਨਾਂ ਨੂੰ ਕੋਈ ਨੁਕਸਾਨ ਪਹੁੰਚਦਾ ਤਾਂ ਮੈਂ ਦੇਖਦਾ ਰਹਿੰਦਾ, ਤਾਂ ਮੈਂ ਜ਼ਰੂਰ ਉਹਨਾਂ ਨੂੰ ਬਚਾਉਣ ਆਊਂਗਾ। ਤੇਰੇ ਤੋਂ ਜੋ ਹੁੰਦਾ ਕਰ ਲੈਣਾ। ਇਹ ਕਹਿਣਾ ਸੀ ਕਿ ਹਰਸ਼ ਨੇ ਉਸ ਦੇ ਮੂੰਹ 'ਤੇ ਥੱਪੜ ਮਾਰ ਦਿੱਤਾ। ਇਸ ਮੁੰਡੇ ਨੇ ਵੀ ਆਪਣਾ ਹੱਥ ਨਹੀਂ ਰੋਕਿਆ ਸੀ। ਦੋਵੇਂ ਹੀ ਗੁੱਸੇ ਨਾਲ ਲਾਲ ਹੋ ਚੁੱਕੇ ਸੀ। ਇਹ ਵੇਖ ਕੇ ਤਾਂ ਮੈਂ ਪਰੇਸ਼ਾਨ ਹੋ ਕੇ ਰਹਿ ਗਈ। ਬਹੁਤ ਮੁਸ਼ਕਲ ਨਾਲ ਮੈਂ ਦੋਵਾਂ ਨੂੰ ਪਿੱਛੇ ਹਟਾਇਆ। ਉਸ ਮੁੰਡੇ ਦੇ ਅੱਗੇ ਹੱਥ ਜੋੜ ਕੇ ਕਿਹਾ ਕਿ ਤੂੰ ਇੱਥੋਂ ਜਾ। ਉਹ ਮੁੰਡਾ ਹਰਸ਼ ਨੂੰ ਬੋਲਦਾ ਹੋਇਆ ਦਰਵਾਜ਼ੇ 'ਤੇ ਜਾਣ ਦੀ ਬਜਾਏ ਇਸ ਦੀਵਾਰ ਤੋਂ ਲੰਘ ਕੇ ਵਾਪਸ ਗਿਆ। ਇਹ ਦੇਖ ਕੇ ਹਰਸ਼ ਬਹੁਤ ਅਜੀਬ ਅੰਦਾਜ਼ ਨਾਲ ਮੇਰੇ ਕੋਲ ਆਇਆ, ਮੇਰੀਆਂ ਦੋਵੇਂ ਬਾਹਾਂ ਫੜ ਕੇ ਕਹਿਣ ਲੱਗਿਆ ਕਿ ਜੋ ਤੂੰ ਚਾਹੁੰਦੀ ਆ ਮੈਂ ਹੋਣ ਨਹੀਂ ਦਊਂਗਾ, ਤੇਰਾ ਗਲਾ ਦਬਾ ਦਊਂਗਾ, ਤੈਨੂੰ ਮਾਰ ਕੇ ਦਫਨਾ ਦਊਂਗਾ, ਪਰ ਇਹ ਗੱਲ ਨਾ ਸਮਝਣਾ ਕਿ ਮੈਂ ਤੈਨੂੰ ਛੱਡ ਦੇਊਂਗਾ। ਉਹ ਤਾਂ ਜਿਵੇਂ ਸਾਰੀ ਤਮੀਜ਼ ਹੀ ਭੁੱਲ ਗਿਆ ਸੀ। ਇਸ ਤੋਂ ਬਾਅਦ ਹਰਸ਼ ਘਰ ਦੇ ਬਾਹਰ ਜਿੰਦਾ ਲਗਾ ਕੇ ਜਾਣ ਲੱਗਿਆ। ਉਸਨੇ ਬਰਾਬਰ ਘਰ ਦੀ ਦੀਵਾਰ 'ਤੇ ਕਰੰਟ ਦੀਆਂ ਤਾਰਾਂ ਲਗਾ ਦਿੱਤੀਆਂ ਤਾਂ ਕਿ ਕੋਈ ਘਰ ਵਿੱਚ ਨਾ ਆ ਸਕੇ। ਰਾਤ ਨੂੰ ਮੇਰੇ ਮੋਬਾਈਲ 'ਤੇ ਇੱਕ ਅਜਿਹਾ ਮੈਸੇਜ ਆਇਆ ਕਿ ਮੇਰੇ ਹੋਸ਼ ਉੱਡ ਗਏ। ਇਸ ਮੈਸੇਜ ਵਿੱਚ ਲਿਖਿਆ ਹੋਇਆ ਸੀ ਕਿ ਬਾਥਰੂਮ ਵਿੱਚ ਆਓ, ਮੈਂ ਤੈਨੂੰ ਦੇਖਣਾ ਚਾਹੁੰਦਾ। ਇਹ ਸੁਣ ਕੇ ਮੇਰੇ ਹੋਸ਼ ਉੱਡ ਗਏ। ਹੁਣ ਤੱਕ ਮੈਂ ਇਹੀ ਸਮਝ ਰਹੀ ਸੀ ਕਿ ਸ਼ਾਇਦ ਇਹ ਮੇਰਾ ਵਹਿਮ ਹੈ, ਕਿਸੇ ਨੇ ਬਾਥਰੂਮ ਵਿੱਚੋਂ ਮੈਨੂੰ ਵੇਖਿਆ ਹੈ, ਪਰ ਇਹ ਸ਼ੱਕ ਮੇਰਾ ਵਹਿਮ ਨਹੀਂ ਸੀ। ਕੌਣ ਸੀ ਉਹ ਸ਼ਖਸ? ਮੇਰਾ ਦਿਲ ਬੈਠਣ ਲੱਗਿਆ।
ਮੈਂ ਮੋਬਾਈਲ ਬੰਦ ਕਰਕੇ ਰੱਖ ਦਿੱਤਾ, ਪਰ ਫਿਰ ਵੀ ਮੈਨੂੰ ਪੂਰੀ ਰਾਤ ਨੀਂਦ ਨਾ ਆਈ। ਮੈਂ ਜਾਗਦੀ ਰਹੀ। ਸਵੇਰੇ ਜਦੋਂ ਮੇਰੀ ਨੌਕਰਾਣੀ ਆਈ ਤਾਂ ਮੈਂ ਬੁਖਾਰ ਵਿੱਚ ਪਈ ਸੀ। ਮੈਂ ਉਸ ਦੀਆਂ ਮਿੰਨਤਾਂ ਕੀਤੀਆਂ ਕਿ ਉਹ ਇੱਕ ਰਾਤ ਮੇਰੇ ਕੋਲ ਰੁਕ ਜਾਵੇ। ਮੈਂ ਬਿਮਾਰ ਹਾਂ, ਕੋਈ ਖਿਆਲ ਰੱਖਣ ਵਾਲਾ ਨਹੀਂ ਆ। ਉਹ ਮੇਰੀ ਗੱਲ ਸੁਣ ਕੇ ਮੰਨ ਗਈ। ਰਾਤ ਹੋਈ, ਹਰਸ਼ ਦੇ ਆਉਣ ਦਾ ਸਮਾਂ ਹੋਇਆ ਤਾਂ ਮੈਂ ਨੌਕਰਾਣੀ ਨੂੰ ਆਪਣੇ ਕਮਰੇ 'ਚ ਲੁਕੋ ਲਿਆ। ਮੈਂ ਨਹੀਂ ਚਾਹੁੰਦੀ ਸੀ ਕਿ ਹਰਸ਼ ਨੂੰ ਇਸ ਗੱਲ ਦਾ ਪਤਾ ਲੱਗੇ ਕਿ ਘਰ ਵਿੱਚ ਮੇਰੇ ਇਲਾਵਾ ਕੋਈ ਹੋਰ ਵੀ ਆ। ਮੈਂ ਹਰਸ਼ ਨੂੰ ਖਾਣਾ ਦਿੱਤਾ ਤੇ ਆਪਣੇ ਕਮਰੇ ਵਿੱਚ ਜਾਂਦੇ ਹੀ ਕਮਰੇ ਦੀ ਲਾਈਟ ਬੰਦ ਕਰ ਦਿੱਤੀ ਤੇ ਖੁਦ ਕਮਰੇ ਵਿੱਚ ਲੁਕ ਗਈ, ਕਿਉਂਕਿ ਜੋ ਕੋਈ ਵੀ ਸੀ ਉਹ ਮੇਰੇ ਕਮਰੇ ਵਿੱਚ ਆ ਕੇ ਮੈਨੂੰ ਵੇਖਦਾ ਸੀ। ਬਾਥਰੂਮ ਵਿੱਚ ਕੋਈ ਕੈਮਰਾ ਨਹੀਂ ਸੀ। ਮੈਂ ਆਪਣੀ ਨੌਕਰਾਣੀ ਨੂੰ ਚਾਦਰ ਨਾਲ ਲਪੇਟ ਦਿੱਤਾ ਤੇ ਉਸ ਨੂੰ ਬਾਥਰੂਮ ਵਿੱਚ ਜਾਣ ਲਈ ਕਿਹਾ। ਉਹ ਬਾਥਰੂਮ ਵਿੱਚ ਚਲੀ ਗਈ। ਮੈਂ ਆਪਣੇ ਕਮਰੇ ਦੇ ਪਰਦਿਆਂ ਦੇ ਪਿੱਛੇ ਲੁਕ ਗਈ। ਕੁਝ ਦੇਰ ਬਾਅਦ ਉਹੀ ਹੋਇਆ। ਮੇਰੇ ਕਮਰੇ ਦਾ ਦਰਵਾਜ਼ਾ ਬਹੁਤ ਹੌਲੀ-ਹੌਲੀ ਖੁੱਲ੍ਹਿਆ। ਇੱਕ ਸ਼ਖਸ ਖੁਦ ਤੇ ਚਾਦਰ ਲਪੇਟੇ ਮੇਰੇ ਕਮਰੇ 'ਚ ਦਾਖਲ ਹੋਇਆ ਤੇ ਪਹਿਲਾਂ ਬਾਥਰੂਮ ਦੇ ਛੋਟੇ ਜਿਹੇ ਸੁਰਾਖ ਵਿੱਚ ਬਾਥਰੂਮ ਦੇ ਅੰਦਰ ਝਾਕਣ ਲੱਗਿਆ। ਮੈਂ ਤੁਰੰਤ ਪਰਦੇ ਤੋਂ ਬਾਹਰ ਨਿਕਲੀ ਤੇ ਪਿੱਛੋਂ ਉਸ ਨੂੰ ਦਬੋਚ ਲਿਆ ਤੇ ਸ਼ੋਰ ਮਚਾ ਦਿੱਤਾ। ਉਹ ਸ਼ਖਸ ਮੈਨੂੰ ਹਨੇਰੇ ਵਿੱਚ ਨਜ਼ਰ ਤਾਂ ਨਹੀਂ ਆ ਰਿਹਾ ਸੀ, ਪਰ ਉਹ ਮੈਨੂੰ ਆਪਣੇ ਆਪ ਤੋਂ ਛੁਡਵਾ ਰਿਹਾ ਸੀ। ਸ਼ੋਰ ਦੀ ਆਵਾਜ਼ ਨਾਲ ਹਰਸ਼ ਮੇਰੇ ਕਮਰੇ 'ਚ ਆ ਗਿਆ। ਜਿਵੇਂ ਹੀ ਲਾਈਟ ਚਲਾਈ, ਨੌਕਰਾਣੀ ਬਾਥਰੂਮ 'ਚ ਬਾਹਰ ਨਿਕਲ ਆਈ। ਸਾਹਮਣੇ ਖੜੇ ਸ਼ਖਸ ਨੂੰ ਦੇਖ ਕੇ ਮੇਰੇ ਹੋਸ਼ ਉੱਡ ਗਏ। ਉਹ ਤਾਂ ਮੇਰਾ ਪਹਿਲਾ ਪਤੀ ਰਵਿੰਦਰ ਸੀ, ਜਿਸ ਨਾਲ ਮੇਰਾ ਪਹਿਲਾਂ ਵਿਆਹ ਹੋਇਆ ਸੀ, ਪਰ ਉਹ ਵਿਆਹ ਦੇ ਬਾਅਦ ਮੈਨੂੰ ਛੱਡ ਕੇ ਚਲਾ ਗਿਆ ਸੀ। ਮੈਨੂੰ ਤਲਾਕ ਦੇ ਦਿੱਤਾ ਸੀ। ਇਸ ਨੂੰ ਇੱਥੇ ਦੇਖ ਕੇ ਮੈਨੂੰ ਹੈਰਾਨੀ ਹੋਈ ਤਾਂ ਦੱਸਣ ਲੱਗਿਆ ਕਿ ਉਸ ਨੂੰ ਜੋ ਕੁੜੀ ਪਸੰਦ ਸੀ, ਵਿਆਹ ਦੇ ਚੰਦ ਸਾਲ ਬਾਅਦ ਹੀ ਉਹ ਕੁੜੀ ਦੀ ਮੌਤ ਹੋ ਗਈ ਤੇ ਮੈਂ ਹੋਰ ਵਿਆਹ ਨਹੀਂ ਕੀਤਾ। ਉਸ ਕੁੜੀ ਤੋਂ ਇੱਕ ਮੁੰਡਾ ਸੀ ਜੋ ਸਾਡੇ ਘਰ ਹਲਵਾ ਲੈ ਕੇ ਆਇਆ ਸੀ। ਆਪਣੇ ਮੁੰਡੇ ਨੂੰ ਵੀ ਇਕੱਲੇ ਹੀ ਪਾਲਿਆ ਸੀ, ਪਰ ਇਸ ਨੇ ਮੈਨੂੰ ਆਪਣੇ ਘਰ ਦੇ ਬਰਾਬਰ ਵਾਲੇ ਘਰ ਵਿੱਚ ਦੇਖਿਆ ਤੇ ਇਸ ਨੂੰ ਮੇਰੇ ਬਾਰੇ ਵਿੱਚ ਪਤਾ ਚੱਲ ਗਿਆ ਤਾਂ ਇਸ ਨੂੰ ਅਫਸੋਸ ਹੋਣ ਲੱਗਿਆ ਕਿ ਉਹ ਮੈਨੂੰ ਅਪਣਾਉਣਾ ਚਾਹੁੰਦਾ ਸੀ। ਇਸ ਮਾਮਲੇ ਵਿੱਚ ਕਈ ਵਾਰ ਹਰਸ਼ ਨਾਲ ਗੱਲ ਵੀ ਕਰ ਚੁੱਕਿਆ ਸੀ, ਪਰ ਹਰਸ਼ ਨਹੀਂ ਮੰਨਿਆ। ਇਸ ਲਈ ਉਸ ਨੇ ਆਪਣੇ ਮੁੰਡੇ ਨੂੰ ਸਾਡੇ ਘਰ ਭੇਜਣਾ ਚਾਹਿਆ, ਪਰ ਹਰਸ਼ ਦੀ ਉਸ ਨਾਲ ਵੀ ਲੜਾਈ ਹੋ ਗਈ। ਜਦੋਂ ਵੀ ਮੈਂ ਨਹਾਉਣ ਜਾਂਦੀ ਸੀ, ਦਰਵਾਜ਼ਾ ਬੰਦ ਹੋਣ ਦੀ ਆਵਾਜ਼ ਇਸ ਦੇ ਕਮਰੇ ਦੇ ਬਾਥਰੂਮ ਵਿੱਚ ਜਾਂਦੀ ਸੀ ਤੇ ਉਹ ਦੀਵਾਰ ਲੰਘ ਕੇ ਮੇਰੇ ਘਰ ਆ ਜਾਂਦਾ ਸੀ। ਪਹਿਲਾਂ ਇਹ ਦੇਖਿਆ ਕਿ ਕਿਤੇ ਮੈਂ ਜਲਦੀ ਬਾਹਰ ਤਾਂ ਨਹੀਂ ਆ ਜਾਊਂਗੀ। ਫਿਰ ਉਹ ਮੇਰੇ ਮੋਬਾਈਲ ਨੂੰ ਖੋਲ੍ਹ ਕੇ ਉਸ ਵਿੱਚ ਮੇਰਾ ਨੰਬਰ ਵੀ ਲੈ ਗਿਆ ਤਾਂ ਕਿ ਮੇਰੇ ਨਾਲ ਗੱਲ ਕਰ ਸਕੇ। ਇਹ ਸਭ ਸੁਣ ਕੇ ਮੈਂ ਤੇ ਰਵਿੰਦਰ ਨੇ ਹਰਸ਼ ਦੀਆਂ ਮਿੰਨਤਾਂ ਕੀਤੀਆਂ ਕਿ ਉਹ ਮੇਰੇ ਨਾਲ ਜ਼ੁਲਮ ਨਾ ਕਰੇ ਤੇ ਮੇਰਾ ਵਿਆਹ ਉਸ ਨਾਲ ਕਰਵਾ ਦੇਵੇ, ਪਰ ਹਰਸ਼ ਨਹੀਂ ਮੰਨਿਆ। ਪਰ ਹੁਣ ਕੁਝ ਦਿਨਾਂ ਬਾਅਦ ਹਰਸ਼ ਖੁਦ ਮੇਰਾ ਵਿਆਹ ਰਵਿੰਦਰ ਨਾਲ ਕਰਾਉਣਾ ਚਾਹੁੰਦਾ ਹੈ। ਧੰਨਵਾਦ ਜੀ। ਇਹ ਸੀ ਅੱਜ ਦੀ ਆਪਣੀ ਕਹਾਣੀ। ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ।